ਦੋਸਤੋ ਅਮਰੀਕਾ ਦੇ ਵਿੱਚ ਘਰ ਖਰੀਦਣ ਤੋਂ ਪਹਿਲੇ ਤਿੰਨ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਬਹੁਤ ਘੱਟ ਡਿਸਕਸ ਹੁੰਦੀਆਂ ਨੇ ਜਾਂ ਅਕਸਰ ਲੋਕਾਂ ਨੂੰ ਤੇ ਇਹਨਾਂ ਦਾ ਪਤਾ ਵੀ ਨਹੀਂ ਹੁੰਦਾ ਜਾਂ ਇਹਨਾਂ ਦੇ ਮੁਤਲਕ ਧਿਆਨ ਹੀ ਨਹੀਂ ਦਿੰਦੇ। ਲੇਕਿਨ ਜਦੋਂ ਅਸੀਂ ਇਹਨਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਫਿਰ ਸਾਡੀ ਜਿਹੜੀ ਜ਼ਿਹਨੀ ਟੈਨਸ਼ਨ ਨੇ ਉਹਦਾ ਤੇ ਕੋਈ ਸ਼ੁਮਾਰ ਹੀ ਨਹੀਂ ਕਿ ਕਿੰਨੀ ਹੋਣੀ ਹੈ, ਔਰ ਜਿਹੜਾ ਸਾਡਾ ਮਾਲੀ ਨੁਕਸਾਨ ਹੈ ਉਹਦੀ ਫਿਰ ਗਿਣਤੀ ਨਹੀਂ ਆਉਣੀ। ਇਹ ਤਿੰਨ ਰਵਾਇਤੀ ਚੀਜ਼ਾਂ ਨਹੀਂ, ਇਹ ਹਟ ਕੇ ਨੇ। ਮੈਂ ਤੁਹਾਨੂੰ ਕੋਈ ਉਹ ਚੀਜ਼ਾਂ ਨਹੀਂ ਦੱਸਾਂਗਾ ਜਿਹੜੀਆਂ ਤੁਹਾਨੂੰ ਪਹਿਲੇ ਹੀ ਪਤਾ ਨੇ। ਵੀਡੀਓ ਨੂੰ ਆਖਰ ਤੱਕ ਦੇਖਣਾ, ਤੁਹਾਡਾ ਫਾਇਦਾ ਹੋਏਗਾ ਔਰ ਦੂਜੇ ਲੋਕਾਂ ਨੂੰ ਵੀ ਦੱਸਣਾ ਤਾਂ ਕਿ ਉਹ ਵੀ ਇਸ ਮੁਸੀਬਤ ਤੋਂ ਬਚ ਸਕਣ। ਤੇ ਜਿਹੜੀਆਂ ਤਿੰਨ ਚੀਜ਼ਾਂ ਉਹਨਾਂ ਚੋਂ ਪਹਿਲੀ ਚੀਜ਼ ਇਹ ਵੇ ਕਿ ਜਦੋਂ ਤੁਸੀਂ ਮਕਾਨ ਖਰੀਦਣਾ ਹੈ ਉਹਦੀ ਤੁਸੀਂ ਇਨਸਪੈਕਸ਼ਨ ਕਰਵਾਉਂਦੇ ਹੋ, ਸਭ ਨੂੰ ਪਤਾ ਹੈ, ਮੈਂ ਉਹ ਨਹੀਂ ਦੱਸਣੀ। ਮੈਂ ਤੁਹਾਨੂੰ ਜਿਹੜੀ ਇਨਸਪੈਕਸ਼ਨ ਦੱਸਣੀ ਹੈ ਉਹ ਹੈ ਸੀਵਰੇਜ ਦੀ ਇਨਸਪੈਕਸ਼ਨ। ਉਹਨੇ ਤੁਹਾਨੂੰ ਕਹਿਣਾ ਮੈਂ ਸਾਰੀ ਇਨਸਪੈਕਸ਼ਨ ਕਰ ਲਈ ਹੈ, ਜੁਜ਼ਵੀ ਤੌਰ ਤੇ ਥੋੜੀ ਉਹ ਸੀਵਰੇਜ ਦੀ ਵੀ ਕਰਨਗੇ, ਪਾਣੀ ਸੱਟਣਗੇ, ਕੁਝ ਕਰਨਗੇ। ਨਹੀਂ, ਪੈਸੇ ਦੀ ਪਰਵਾਹ ਨਹੀਂ ਕਰਨੀ। ਓਕੇ ਜੀ, ਅਸੀਂ ਸੀਵਰੇਜ ਦੀ ਅਲੱਗਾ ਨਹੀਂ ਕਰਵਾ ਸਕਦੇ, ਨੋ ਪ੍ਰੋਬਲਮ, ਤੁਸੀਂ ਪੈਸੇ ਦੇਣੇ ਨੇ। ਮੈਂ 10 ਸਾਲ ਪਹਿਲੇ ਮਕਾਨ ਖਰੀਦਿਆ ਸੀ, 300 350 ਲੱਗਾ ਸੀ, ਹੁਣ 600 ਲੱਗ ਜੇ, 1000 ਲੱਗ ਜੇ, ਨੋ ਪ੍ਰੋਬਲਮ। ਕਿਉਂਕਿ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਸੀਵਰੇਜ ਹਿਡਨ ਹੈ, ਥੱਲੇ ਲੁਕਿਆ ਹੈ, ਨਜ਼ਰ ਨਹੀਂ ਆ ਰਿਹਾ ਉਹ ਕੀ ਹੈ। ਉਹਦੇ ਚ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਪਾਈਪ ਪਾਣਗੇ, ਉਹਦੇ ਅੱਗੇ ਕੈਮਰਾ ਹੋਏਗਾ, ਉਹ ਐਂਡ ਤੱਕ ਜਾਏਗਾ। ਬਾਹਰ ਜਿਹੜੀ ਤੁਹਾਡਾ ਮੇਨ ਲਾਈਨ ਜਾ ਰਹੀ ਹੈ ਨਾ, ਉੱਥੋਂ ਤੱਕ ਉਹ ਲਾਈਨ ਜਾਣੀ ਜੇ। ਔਰ ਇੱਧਰ ਸਕਰੀਨ ਲੱਗੀ ਹੋਏਗੀ, ਤੁਹਾਨੂੰ ਨਾਲ ਬਿਠਾ ਕੇ ਦਿਖਾ ਰਿਹਾ ਹੋਏਗਾ ਕਿ ਇਹ ਦੇਖ ਲੈ ਪਾਣੀ, ਇਹ ਜਾ ਰਹੀ ਲਾਈਨ, ਇਹ ਜਾ ਰਹੀ ਹੈ ਲਾਈਨ, ਜਾ ਰਹੀ। ਐਂਡ ਤੱਕ ਜਾ ਕੇ ਤੁਹਾਨੂੰ ਦਿਖਾਏਗਾ ਅਗਰ ਸੀਵਰੇਜ ਟੁੱਟਿਆ ਹੋਏਗਾ, ਅਗਰ ਸੀਵਰੇਜ 'ਚ ਪਾਣੀ ਅੱਗੇ ਨਹੀਂ ਜਾ ਰਿਹਾ ਜਾਂ ਪਾਣੀ ਖੜਾ ਹੈ ਤੇ ਸਮਝੋ ਕਿ ਤੁਹਾਡੀ ਪ੍ਰੋਬਲਮ ਹੈ। ਉਹਨੂੰ ਉੱਥੇ ਹੀ ਮਕਾਨ ਨੂੰ ਛੱਡ ਦੇਣਾ। ਦੂਸਰੀ ਗੱਲ ਹੈ, ਉਹ ਜਦੋਂ ਕੈਮਰਾ ਸਾਰਾ ਕਰ ਲੇਗਾ ਫਿਰ ਪਾਣੀ ਉਹਦੇ 'ਚ ਸੱਟੇਗਾ। ਪਾਣੀ ਸੱਟ ਕੇ ਤੇ ਤੁਹਾਨੂੰ ਦਿਖਾਏਗਾ ਵੀ ਇਹ ਦੇਖ ਪਾਣੀ ਤੇਰਾ ਜਾ ਰਿਹਾ, ਕਿਧਰੇ ਰਸਤੇ 'ਚ ਨਹੀਂ ਰੁਕਦਾ ਪਿਆ, ਸਿੱਧਾ ਜਾ ਕੇ ਮੇਨ ਲਾਈਨ 'ਚ ਜਾ ਰਿਹਾ। ਤੁਸੀਂ ਇੱਕ ਵਾਰੀ ਆਪਣੇ ਹੱਥਾਂ ਨਾਲ ਵੀ ਕਰ ਲੈਣਾ, ਆਪਣੀ ਤਸੱਲੀ ਕਰ ਲੈਣੀ, ਕਿਉਂਕਿ ਇਹ ਅਗਰ ਡੈਮੇਜ ਹੋਇਆ ਔਰ ਇਹਨੂੰ ਤੁਸੀਂ ਨਾ ਦੇਖਿਆ ਤੇ ਫਿਰ ਸੈਂਕੜਿਆਂ 'ਚ ਨਹੀਂ ਹਜ਼ਾਰਾਂ ਦੇ ਵਿੱਚ ਨੁਕਸਾਨ ਹੋਣਾ ਜੇ। ਇੱਧਰ ਤੁਸੀਂ ਮਕਾਨ ਖਰੀਦਣਾ, ਇੱਧਰ ਤੁਸੀਂ ਇੱਕ ਨਵੀਂ ਮੁਸੀਬਤ 'ਚ ਪੈ ਜਾਣਾ। ਉਹ ਪੂਰੀ ਖੁਦਾਈ ਹੁੰਦੀ ਹੈ, ਉਹ ਸੀਵਰੇਜ ਹੁੰਦੀ ਮੋਸਟਲੀ ਆਪਣਾ ਬੇਸਮੈਂਟ 'ਚ। ਫਿਰ ਜਿਹੜੀ ਖੁਦਾਈ ਹੈ ਔਰ ਜਿਹੜਾ ਖਰਚਾ ਹੈ ਤੁਹਾਡੇ ਵਹਿਮੋ ਗੁਮਾਨ 'ਚ ਵੀ ਨਹੀਂਗਾ, ਹਜ਼ਾਰਾਂ ਡਾਲਰ ਲੱਗ ਜਾਣੇ ਨੇ ਔਰ ਤੁਸੀਂ ਨੁਕਸਾਨ। ਉਸ ਤੋਂ ਪਹਿਲੇ ਤੁਸੀਂ ਆਪਣੀ ਸੀਵਰੇਜ ਚੈੱਕ ਕਰਾਣੀ ਜੇ। ਬੜਾ ਜਿੰਨਾ ਮਰਜ਼ੀ ਕੋਈ ਕਹਿੰਦਾ ਰਹੇ, ਤੁਸੀਂ ਕਹੋ ਨਹੀਂ ਯਾਰ ਮੈਂ ਕੈਮਰਾ ਪਵਾ ਕੇ ਚੈੱਕ ਕਰਾਣੀ ਹੀ ਕਰਾਣੀ ਹੈ। ਦੂਸਰੀ ਚੀਜ਼, ਜਦੋਂ ਤੁਸੀਂ ਕਿਸੇ ਮਹੱਲੇ ਦੇ ਵਿੱਚ ਕਿਸੇ ਨੇਬਰਹੁੱਡ 'ਚ ਮਕਾਨ ਖਰੀਦਣਾ ਹੈ, ਇੱਕ ਵਾਰੀ ਤੇ ਏਜੰਟ ਨਾਲ ਚਲੇ ਗਏ, ਫਿਰ ਤੁਸੀਂ ਇਕੱਲਿਆਂ ਜਾਣਾ 10-11 ਵਜੇ ਸੁਬਾਹ ਦੇ ਟਾਈਮ। ਪਹਿਲੇ ਇਹਦੇ ਦੋ ਹਿੱਸੇ ਨੇ, ਦੱਸਾਂਗਾ ਤੁਹਾਨੂੰ। 10-11 ਵਜੇ ਜਾ ਕੇ ਨੇਬਰਹੁੱਡ ਦਾ ਜਾਇਜ਼ਾ ਲੈਣਾ ਕਿ ਨੇਬਰਹੁੱਡ ਕੈਸਾ ਹੈ। ਅਗਰ ਤੁਸੀਂ ਦੇਖੋ ਕਿ ਗਲੀ ਦੇ ਵਿੱਚ ਗੱਡੀਆਂ ਹੀ ਗੱਡੀਆਂ ਖੜੀਆਂ ਨੇ, ਉਹ ਤੁਹਾਡੇ ਡਰਾਈਵੇ ਵਿੱਚ ਵੀ ਲੋਕਾਂ ਦੇ ਗੱਡੀਆਂ ਖੜੀਆਂ ਨੇ, ਤੇ ਸਮਝ ਲਓ ਕਿ ਇਹ ਵਰਕਿੰਗ ਕਲਾਸ ਨੇਬਰਹੁੱਡ ਨਹੀਂ ਹੈਗਾ, ਇਹ ਵੈਲਫੇਅਰ ਬੇਸਡ ਟਾਈਪ ਦਾ ਨੇਬਰਹੁੱਡ ਹੈ। ਕਿਉਂਕਿ ਅੱਜ ਕੋਈ ਕੰਮ ਹੀ ਨਹੀਂ ਕਰ ਰਿਹਾ। ਜਿਹੜਾ ਕੰਮ ਦਾ ਟਾਈਮ ਹੈ ਵਰਕਿੰਗ ਡੇ 'ਚ ਹੈ, ਵੀਕਐਂਡ ਤੇ ਨਹੀਂ ਜਾਣਾ, ਵਰਕਿੰਗ ਡੇ 'ਚ ਜਾਣਾ। ਉਧਰ ਅਗਰ ਗੱਡੀ ਖੜੀ ਹੈ ਸਮਝ ਲਓ ਕਿ ਬੰਦੇ ਕੰਮ ਤੇ ਨਹੀਂ। ਮੈਨੂੰ ਇਹ ਗੱਲ ਇੱਕ ਗੋਰੇ ਨੇ ਸਮਝਾਈ ਸੀ, ਐਵੇਂ ਨੰਗਦੇ ਮੈਂ ਉਹਨੂੰ ਪੁੱਛਿਆ ਤੇਰਾ ਨੇਬਰਹੁੱਡ ਕੈਸਾ ਹੈ। ਉਹਨੇ ਕਿਹਾ ਯਾਰ ਮੇਰੇ ਨੇਬਰਹੁੱਡ 'ਚ ਸੁਬਾਹ ਕੋਈ ਗੱਡੀ ਨਹੀਂ ਹੁੰਦੀ, ਸਭ ਲੋਕ ਕੰਮ ਤੇ ਜਾਂਦੇ ਨੇ, ਇਹਦਾ ਮਤਲਬ ਨੇਬਰਹੁੱਡ ਅੱਛਾ ਹੈ, ਕਿਸੇ ਕੋਲੋਂ ਟਾਈਮ ਨਹੀਂ ਹੈਗਾ ਕੋਈ ਪ੍ਰੋਬਲਮ ਕ੍ਰੀਏਟ ਕਰਨ ਦਾ, ਤੇ ਮੇਰਾ ਨੇਬਰਹੁੱਡ ਬਹੁਤ ਅੱਛਾ ਹੈ। ਇੱਥੋਂ ਮੈਂ ਇਹ ਫਾਰਮੂਲਾ ਸਿੱਖਿਆ ਕਿ ਬਈ ਉਹ ਜਾ ਕੇ ਨੇਬਰਹੁੱਡ 'ਚ ਦੇਖਣਾ ਕਿ ਗੱਡੀਆਂ ਕਿੰਨੀਆਂ ਨੇ। ਇਹ ਤਾਂ ਨਹੀਂ ਕਿ ਸਾਰੇ ਘਰ ਹੀ ਬੈਠੇ। ਜਦੋਂ ਦੇਖੋ ਵਿਹਲਾ ਬੰਦਾ ਹੁੰਦਾ ਉਹਦਾ ਨੁਕਸਾਨ ਹੁੰਦਾ, ਉਹ ਫਿਰ ਕੋਈ ਨਾ ਕੋਈ ਖਰਾਬੀ ਕਰਦਾ, ਕੋਈ ਟ੍ਰੈਸ ਪਾਸਿੰਗ ਕਰੇਗਾ, ਕੋਈ ਹੋਰ ਮਸਲੇ ਮਸਾਇਲ ਖੜਾ ਕਰੇਗਾ, ਤੇ ਇਹੋ ਜਿਹੇ ਨੇਬਰਹੁੱਡ ਤੋਂ ਬਚਣਾ। ਇੱਕ ਤੇ ਆ ਹੋ ਗਿਆ। ਦੂਸਰਾ, ਉਸੇ ਨੇਬਰਹੁੱਡ 'ਚ ਤੁਸੀਂ ਸ਼ਾਮ ਨੂੰ ਜਾਣਾ 6-7 ਵਜੇ ਤੋਂ ਬਾਅਦ। ਸੁਬਾਹ ਦੇ ਕੋਈ ਗੱਡੀ ਨਜ਼ਰ ਨਹੀਂ ਆਈ, ਪੂਰ ਸਕੂਨ ਮਾਹੌਲ ਸੀ, ਬੜਾ ਅੱਛਾ। ਤੁਸੀਂ ਕਿਹਾ ਯਾਰ ਬੜਾ ਅੱਛਾ, ਬੜਾ ਕੁਆਇਟ ਨੇਬਰਹੁੱਡ ਹੈ। ਸ਼ਾਮ ਨੂੰ ਜਦੋਂ 6-7 ਵਜੇ ਤੋਂ ਬਾਅਦ ਜਾਣਾ ਹੈ, ਫਿਰ ਦੇਖਣਾ ਕਿ ਉੱਥੇ ਲੋਕੀ ਬਾਹਰ ਹੀ ਬੈਠ ਕੇ ਤੇ ਬੀਅਰ ਤੇ ਨਹੀਂ ਪੀ ਰਹੇ, ਬਾਹਰ ਹੀ ਬੈਠ ਕੇ ਕਿੱਥੇ ਹੋਰ ਕੋਈ ਕੰਮ ਤੇ ਨਹੀਂ ਹੋ ਰਹੇ, ਔਰ ਜਨਾਬ ਸੜਕ ਦੇ ਉੱਤੇ ਤੇ ਬੱਚੇ ਬਾਸਕਟਬਾਲ ਤੇ ਨਹੀਂ ਖੇਡ ਰਹੇ, ਸ਼ੋਰ ਤੇ ਨਹੀਂ ਹੋ ਰਿਹਾ, ਮਿਊਜ਼ਿਕ ਤੇ ਨਹੀਂ ਚੱਲ ਰਿਹਾ, ਕਿ ਉੱਥੇ ਕੋਈ ਮੋਟਰਸਾਈਕਲਾਂ ਦੀਆਂ ਰੇਸਾਂ ਤੇ ਨਹੀਂ ਹੋ ਰਹੀਆਂ। ਇਹ ਸਭ ਕੁਝ ਹੁੰਦਾ ਹੈ। ਤੁਹਾਡੇ ਭਰਾ ਨੇ ਦੇਖਿਆ। ਮੈਂ ਘਰ ਬਹੁਤ ਅੱਛਾ ਪਸੰਦ ਕਰਕੇ ਆਇਆ। ਉੱਥੇ ਜਦੋਂ ਮੈਂ ਸ਼ਾਮ ਨੂੰ ਗਿਆ ਤੇ ਉੱਥੇ ਜਨਾਬ ਨਕਸ਼ਾ ਹੀ ਬਦਲਿਆ ਸੀ, ਸੁਬਾਹ ਦੇ ਟਾਈਮ ਕੁਝ ਹੋਰ ਤੇ ਸ਼ਾਮ ਨੂੰ ਕੁਝ ਹੋਰ। ਤੇ ਜ਼ਿਹਨੀ ਟੈਨਸ਼ਨ ਹੁੰਦੀ ਹੈ। ਦੇਖੋ ਤੁਸੀਂ ਸਕੂਨ ਵਾਸਤੇ ਘਰ ਖਰੀਦਣਾ, ਸਕੂਨ ਵਾਸਤੇ ਤੁਸੀਂ ਘਰ ਆਣਾ, ਬਜਾਏ ਇਸ ਦੇ ਕਿ ਤੁਸੀਂ ਉਹ ਜਨਾਬ ਆਪਣਾ ਸਕੂਨ ਲਵੋ, ਤੁਹਾਨੂੰ ਹੋਰ ਟੈਨਸ਼ਨ। ਫਿਰ ਇਹਦੇ ਵਿੱਚ ਚੋਰੀ ਚਕਾਰੀ, ਟ੍ਰੈਸ ਪਾਸਿੰਗ, ਯਾਨੀ ਕਿ ਤੁਹਾਡੇ ਕੋਲ ਕੋਈ ਚੀਜ਼ ਚੁੱਕ ਕੇ ਲੈ ਗਿਆ, ਕੋਈ ਹੋਰ ਕਰਤਾ, ਹੋਰ ਡਾਕ ਹੀ ਚੁੱਕ ਕੇ ਲੈ ਗਿਆ। ਡਾਕਾਂ ਵੀ ਸਾਡੀਆਂ ਬੜੀਆਂ ਆਉਂਦੀਆਂ ਨੇ, ਤੁਹਾਨੂੰ ਪਤਾ ਹੀ ਹੈ। ਸਮਾਨ ਆ ਰਿਹਾ ਡਾਕ ਦੇ ਵਿੱਚ, ਉਹ ਸਮਾਨ ਹੀ ਗਾਇਬ ਹੋ ਜਾਣਾ। ਇਸ ਵਾਸਤੇ ਇਸ ਚੀਜ਼ ਦੇ ਉੱਤੇ ਬਹੁਤ ਤਵੱਜੋ ਦੇਣੀ ਹੈ। ਜਿੰਨੇ ਮਰਜ਼ੀ ਕੈਮਰੇ ਲਵਾ ਲਓ, ਲੇਕਿਨ ਇਹ ਅਗਰ ਨੇਬਰਹੁੱਡ ਖਰਾਬ ਹੈ ਨਾ, ਕੋਈ ਕੁਝ ਨਹੀਂ ਕਰ ਸਕਦਾ। ਇਹ ਯਾਦ ਰੱਖਣਾ। ਤੁਹਾਡਾ ਭਰਾ ਬਹੁਤ ਜ਼ਿਆਦਾ ਅਪਾਰਟਮੈਂਟਾਂ 'ਚ ਵੀ ਰਿਹਾ ਹੈ, ਕਾਂਡੋ 'ਚ ਵੀ ਰਿਹਾ ਹੈ, ਫਿਰ ਮਕਾਨ 'ਚ ਵੀ ਆਇਆ ਹੈ, ਹਰ ਜਗ੍ਹਾ ਦਾ ਐਕਸਪੀਰੀਅੰਸ ਲੈ ਕੇ ਆਇਆ। ਹਰ ਜਗ੍ਹਾ ਤੇ ਉਹ ਕੀਮਤੀ ਟਾਇਰ ਹੀ ਲਾ ਕੇ ਲੈ ਜਾਂਦੇ ਨੇ ਅਗਲੇ ਰਾਤੀ, ਇੱਟਾਂ ਦੇ ਉੱਤੇ ਗੱਡੀ ਖੜੀ ਹੈ, ਲੋ ਕਰ ਲੋ ਗੱਲ। ਇਸ ਵਾਸਤੇ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਹੈ। ਤੀਸਰੀ ਚੀਜ਼, ਸੈਕਸ ਅਫੈਂਡਰ, ਕਿ ਤੁਸੀਂ ਜਿਸ ਜਗ੍ਹਾ ਤੇ ਮਕਾਨ ਲੈ ਰਹੇ ਹੋ ਉੱਥੇ ਕਿੰਨੇ ਸੈਕਸ ਅਫੈਂਡਰ ਨੇ।
ਸੈਕਸ ਅਫੈਂਡਰ ਹੁੰਦਾ ਜਿਹਨੇ ਬੱਚੇ ਨਾਲ ਜ਼ਿਆਦਤੀ ਕੀਤੀ ਹੈ ਜਾਂ ਕੋਈ ਐਸਾ ਸੈਕਸ ਅਫੈਂਡ ਕੀਤਾ ਹੈ ਜਿਹਦੇ ਨਾਲ ਉਹਨੂੰ ਸਜ਼ਾ ਹੋਈ ਹੈ। ਕਿਸੇ ਨਾਲ ਵੀ ਜ਼ਿਆਦਾਤਰ ਉਹ ਬੱਚਿਆਂ ਨੂੰ ਦੇਖਿਆ ਜਾਂਦਾ ਹੈ ਔਰ ਉਹ ਸਜ਼ਾ ਕੱਟ ਕੇ ਆ ਗਿਆ। ਜਦੋਂ ਸਜ਼ਾ ਕੱਟ ਕੇ ਆਂਦਾ ਹੈ ਉਹ ਆ ਕੇ ਫਿਰ ਉਹਨੇ ਕਿੱਥੇ ਰਹਿਣਾ ਤੇ ਹੁੰਦਾ ਹੈ, ਉਹਦੇ ਉੱਤੇ ਇਹ ਸ਼ਰਤ ਹੈ ਕਿ ਜਿੱਥੇ ਵੀ ਉਹ ਰਹੇਗਾ ਉਹ ਆਪਣੇ ਆਪ ਨੂੰ ਰਜਿਸਟਰਡ ਕਰਵਾਏਗਾ ਉੱਥੇ ਥਾਣੇ 'ਚ ਜਾਂ ਕਾਉਂਟੀ 'ਚ ਜਾਂ ਸਟੇਟ ਦੀ ਵੈਬਸਾਈਟ ਤੇ ਕਿੱਥੇ ਉਹਨੇ ਕਰਾਉਣਾ ਹੈ ਉਹਦੀ ਇੱਕ ਲਿਸਟ ਬਣੀ ਹੁੰਦੀ ਹੈ। ਉਹ ਤੁਸੀਂ ਲਿਸਟ ਦੇਖਣੀ ਆਪਣਾ ਐਡਰੈਸ ਪਾ ਕੇ ਥਾਣੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ, ਲੇਕਿਨ ਹਰ ਚੀਜ਼ ਆਨਲਾਈਨ ਹੈਗੀ, ਜ਼ਰੂਰਤ ਹੀ ਨਹੀਂ ਕਿਧਰੇ ਜਾਣ ਦੀ। ਚੈੱਕ ਕਰਨਾ ਹੈ ਕਿ ਸੈਕਸ ਅਫੈਂਡਰ ਰਜਿਸਟਰੀ ਅਰਾਊਂਡ ਮੀ ਐਲ ਇੰਨਾ ਹੀ ਲਿਖ ਦਿਓ, ਬਸ ਤੁਹਾਨੂੰ ਪਤਾ ਲੱਗ ਜਾਏਗਾ, ਆ ਜਾਣਗੀਆਂ ਮੁਖਤਲਿਫ ਕਿ ਇੰਨੇ। ਫਿਰ ਆਪਣੇ ਐਡਰੈਸ ਦੇ ਮੁਤਾਬਕ ਤੁਸੀਂ ਦੇਖਣਾ ਕਿ ਯਾਰ ਮੇਰੇ को किन्ने ने, 4 ने, 6 ने, 1 है, 2 है, कोई भी नहीं। अगर 1 2 ने कोई नहीं गा, अच्छा नेबरहुड है। अगर बहुत ज्यादा ने, नाल दी गली च भी है, परली च भी है, इधर भी है, उधर भी, फिर उस मकान तो अवॉइड करो। देखो मेरी गल सुनो, भावें उस सजा कट के आ गए ने, बड़े अच्छे होंगे, असीं मन्ने बड़े नेक हो गए ने, सब कुछ उन्होंने छड्डता है, लेकिन सम टाइम बहुत सारे लोगों च नेचर नहीं जाती, ਉਹ ਸਜ਼ਾ ਵੀ ਮਿਲ ਜਾਂਦੀ ਹੈ, ਉਹ ਨੇਚਰ ਉਹਨਾਂ ਦੇ ਨਾਲ ਰਹਿੰਦੀ ਹੈ। ਤੇ ਤੁਸੀਂ ਕਿਉਂ ਆਪਣੀ ਫੈਮਿਲੀ ਦੀ ਜ਼ਿੰਦਗੀ ਖਤਰੇ 'ਚ ਪਾਉਂਦੇ ਹੋ ਜਾਂ ਆਪਣੀ ਫੈਮਿਲੀ ਨੂੰ ਮੁਸੀਬਤ 'ਚ ਪਾਉਂਦੇ ਹੋ? ਬੱਚੇ ਨਾਲ ਨੇ ਜਿਨ੍ਹਾਂ ਦੇ, ਸਪੈਸ਼ਲੀ ਜਿਨ੍ਹਾਂ ਦੇ ਨਾਲ ਬੱਚੇ ਨੂੰ ਮੇਰੀ ਗੱਲ ਨੂੰ ਸਮਝਣਗੇ ਕਿ ਇਹ ਇੱਕ ਬੜਾ ਵੱਡਾ ਮਸਲਾ ਹੈ, ਇਹਨੂੰ ਅਵਾਇਡ ਕਰਨਾ ਹੈ। ਅਗਰ ਸੈਕਸ ਅਫੈਂਡਰ ਬਹੁਤ ਜ਼ਿਆਦਾ ਤੁਹਾਡੇ ਇਰਦ-ਗਿਰਦ ਰਹਿੰਦੇ ਨੇ, ਉਹ ਤੁਹਾਨੂੰ ਪੂਰੀ ਲਿਸਟ ਦੇਣਗੇ। ਕਈ ਦਫਾ ਤਸਵੀਰਾਂ ਵੀ ਹੁੰਦੀਆਂ ਨੇ, ਕਈ ਦਫਾ ਸਿਰਫ ਨਾਂ ਹੁੰਦੇ ਨੇ ਤੇ ਐਡਰੈਸ ਹੁੰਦੇ ਨੇ, ਪੂਰੀ ਉਹਨਾਂ ਨੂੰ ਟਰਾਂਸਪੈਰੈਂਟ ਰੱਖਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਕਿੱਥੇ ਕਿਹੜਾ ਰਹਿ ਰਿਹਾ। ਅਮਰੀਕਾ ਤੁਹਾਨੂੰ ਪਤਾ ਇਹਨਾਂ ਦੇ ਸਿਸਟਮ ਤੇ ਜ਼ਬਰਦਸਤ ਹੁੰਦੇ ਨਾ, ਤੇ ਇਹ ਤੁਸੀਂ ਜ਼ਰਾ ਇਹਦਾ ਖਿਆਲ ਰੱਖਣਾ। ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਆਪਣੇ ਬੱਚਿਆਂ ਦੀ, ਆਪਣੀ ਫੈਮਿਲੀ ਦੀ ਸੇਫਟੀ ਵਾਸਤੇ। ਕਈ ਸੈਕਸ ਅਫੈਂਡਰ ਹੁੰਦੇ ਨੇ, ਉਹ ਆਪਣਾ ਬੜਾ ਅੱਛਾ ਮੋਰਲ ਕਰੈਕਟਰ ਸ਼ੋ ਕਰਾਉਂਦੇ ਨੇ, ਉਹਨਾਂ ਨੂੰ ਲਿਸਟ 'ਚੋਂ ਲਾ ਦਿੱਤਾ ਜਾਂਦਾ। ਉਹ ਤੁਹਾਨੂੰ ਲਿਸਟ 'ਚ ਨਜ਼ਰ ਨਹੀਂ ਆਉਣਗੇ, ਜ਼ਾਹਰ ਹੈ ਉਹ ਅੱਛੇ ਹੋ ਗਏ, ਖਤਮ ਹੋ ਗਈ, ਕੁਛ ਰਿਕੁਆਇਰਮੈਂਟ ਹੁੰਦੀਆਂ ਨੇ ਉਸ ਤੋਂ ਬਾਅਦ ਲਾ ਦੇ। ਕਈ ਇੰਨੇ ਡੇਂਜਰਸ ਹੁੰਦੇ ਨੇ ਕਿ ਉਹਨਾਂ ਨੂੰ ਪੂਰੀ ਜ਼ਿੰਦਗੀ ਉਸ ਲਿਸਟ ਦੇ ਉੱਤੇ ਰੱਖਦੇ ਨੇ। ਉਹਦਾ ਤੁਸੀਂ ਸਾਰਾ ਤਰੀਕਾ ਦੇਖ ਕੇ, ਸਾਰਾ ਆਪਣੀ ਜਿਹੜੀ ਨਾ ਜਾਂਚ ਪੜਤਾਲ ਕਰਕੇ ਫੇਰ ਕਰ ਲੈਣਾ। ਇਹ 3 ਇੰਪੋਰਟੈਂਟ ਚੀਜ਼ਾਂ ਸੀ, ਘੱਟ ਡਿਸਕਸ ਹੁੰਦੀਆਂ ਨੇ ਲੇਕਿਨ ਬਹੁਤ ਜ਼ਿਆਦਾ ਇਹਦਾ ਅਸਰ ਹੁੰਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।